तुम गल्लां चला लिया सी। हाँ जी अच्छा मतलब कि जिस्मानी तौर ते बहुत कुछ ਤੁਹਾਨੂੰ ਪਤਾ ਸੋਸ਼ਲ ਮੀਡੀਆ ਤੇ ਕੀ ਹੁੰਦਾ मतलब कि तेनू जिस्म दिखाया हाँ जी, जी। जिस्म ਦਾ ਇੱਕ ਅੰਗ तेनू ਦਿਖਾਇਆ ਜੀ ਉਸ ਵਜ੍ਹਾ ਤੂੰ ਤੇ ਮੁਤਮਈਨ ਹੋ ਗਿਆ। ਜੀ ਇਹਨੇ ਮੈਨੂੰ ਉਹਨਾਂ ਗੱਲਾਂ ਦੇ ਵਿੱਚ ਨਾ ਲਾ ਕੇ ਫਸਾਇਆ ਹੋਇਆ ਸੀ। ਅੱਛਾ। ਇਹ ਹੁਣ ਕਹਿ ਰਹੀ ਸੀ ਕਿ ਮੈਂ ਇਹਨੂੰ ਨਹੀਂ ਸੀ ਮਿਲੀ ਹੈਗੀ ਹੈ। ਪਹਿਲੇ ਵੀ ਮੈਨੂੰ ਜਦੋਂ ਪਹਿਲੀ ਮੁਲਾਕਾਤ ਹੋਈ ਉਦੋਂ ਵੀ ਇਹਨੇ ਮੇਰੇ ਨਾਲ ਜਿਸਮਾਨੀ ਤਲੁਕਾਤ ਰੱਖੇ ਸੀ, ਜਿਸ ਵਜ੍ਹਾ ਤੋਂ ਇਹਨੇ ਮੈਨੂੰ ਮਤਲਬ ਪਰੇਸ਼ਾਨ ਵਗੈਰਾ ਕੀਤਾ। ਮੈਨੂੰ ਆਂਦੀ ਸੀ ਤੇਰੀ ਵੀਡੀਓ ਹੈਗੀ ਮੇਰੇ ਕੋਲ। ਇਹ ਹੁਣ ਜਿਹੜੀ ਕਹਿ ਰਹੀ ਸੀ ਕਿ ਮੈਨੂੰ ਰਸਤੇ ਦਾ ਨਹੀਂ ਪਤਾ ਹੈਗਾ ਜਾਂ ਮੈਨੂੰ ਉਸ ਤਰ੍ਹਾਂ ਇਹ ਸਭ ਤੋਂ ਅੱਗੇ ਹੀ ਗਈ ਸੀ ਉਦੋਂ। ਅਗਰ ਇਹਨੂੰ ਰਸਤੇ ਦਾ ਪਤਾ ਨਹੀਂ ਸੀ ਤੇ ਅੱਗੇ ਕੀ ਲੈਣ ਜਾ ਰਹੀ ਸੀ। ਤੁਸੀਂ ਉਸ ਜਗ੍ਹਾ ਤੇ ਲੈ ਗਏ, ਉਸ ਤੋਂ ਬਾਅਦ ਕੀ ਕੀਤਾ? ਮਤਲਬ ਉੱਥੇ ਗਏ, ਇਹਨੇ ਧੱਕਾ ਦਿੱਤਾ ਉਹਨੂੰ ਜਦੋਂ ਉਸ ਲੜਕੀ ਨੂੰ। ਹਾਂਜੀ ਜਦੋਂ ਧੱਕਾ ਦਿੱਤਾ ਉਹਦੇ ਗਲ ਦੇ ਵਿੱਚ ਆਪਣਾ ਦੁਪੱਟਾ ਵਗੈਰਾ ਪਾਇਆ। ਮੈਂ ਉਹਦਾ ਦੁਪੱਟਾ ਖਿੱਚਿਆ, ਜਦੋਂ ਖਿੱਚਿਆ ਮਤਲਬ ਕਿ ਉਹ ਬੇਹੋਸ਼ ਹੋ ਗਈ ਇੱਕਦਮ ਜਦੋਂ ਜ਼ੋਰ ਪਿਆ ਉਹਦੇ ਉੱਤੇ। ਫਿਰ ਬਾਅਦ 'ਚ ਇਹ ਪਿੱਛੋਂ ਪੱਥਰ ਲੈ ਕੇ ਆਈ, ਵੱਡਾ ਸਾਰਾ ਪੱਥਰ ਹੀਗਾ ਸੀ, ਉਹਦੇ ਮੂੰਹ ਤੇ ਮਾਰਿਆ। ਫਿਰ ਉਹ ਉਹਦੇ ਉੱਤੇ ਬਹਿ ਕੇ ਜਿਸਮ ਦੇ ਉੱਤੇ ਬਹਿ ਕੇ ਨਾ ਉੱਤੇ ਮਾਰਦੀ ਰਹੀ। ਮਜਬੂਰ ਕਿਉਂ ਹੋ ਗਿਆ ਸੀ? ਤੈਨੂੰ ਕਿਉਂ ਮਜਬੂਰ ਕੀਤਾ? ਫੈਮਿਲੀ ਦਾ ਡਾਟਾ ਉਹਨਾਂ ਦੇ ਕੋਲ ਚਲਾ ਗਿਆ ਸੀ ਨਾ ਸਾਰਾ। ਤੂੰ ਐਫਆਈਆਰ ਦੇ ਵਿੱਚ ਵੀ ਜਾ ਸਕਦਾ ਸੀ, ਅਦਾਰੇ ਨੇ ਪਾਕਿਸਤਾਨ ਦੇ ਵਿੱਚ। ਮੈਨੂੰ ਇਹਨਾਂ ਦੇ ਕੋਲ ਮੈਂ ਬਿਲਕੁਲ ਆਪਣੇ 18-20 ਘੰਟਿਆਂ ਦੇ ਵਿੱਚ ਮੈਂ ਕੰਮ ਤੇ ਰਹਿਣਾ ਹੈਗਾ ਸੀ। ਮੈਨੂੰ ਉਸ ਔਰਤ ਨਾਲ ਕੋਈ ਨਹੀਂ ਸੀ। 18-20 ਘੰਟਿਆਂ ਦੇ ਵਿੱਚ ਤੂੰ ਇਹ ਦੋਸਤੀ ਵੀ ਕੀਤੀ, ਤਲਕ भी बनाया, गपशप भी होती सी तेरी। जी नाज़रीन देखें कि सोशल मीडिया के ऊपर दोस्ती हुई और दोस्ती के बाद क्या क्या कुछ हुआ और आज ये पुलिस स्टेशन के अंदर हथकड़ियों के अंदर बांधा हुआ है। देख ले, ये उन नौजवानों के लिए जो सोशल मीडिया के ऊपर लड़कियों को मैसेज धड़ाधड़ हैं, ये उनके लिए सबक है, कुछ सीख ले। ये सीखने के लिए आपके सामने वीडियो रखते हैं, ना कि हम कुछ बैड फेस लेके आए आपके सामने कि जी ये लोग ऐसे कर गए ऐसे कर गए। ये आप लोगों के लिए है, आप लोग सीखें। चौधरी की नाम है? मोहम्मद काशिफ। मोहम्मद काशिफ। दोस्ती कदों ਦੀ ਕੀਤੀ ਹੈ? 9 ਮਹੀਨੇ ਹੋ ਗਏ ਨੇ। 9 ਮਹੀਨੇ ਦੋਸਤੀ ਨੂੰ ਹੋ ਗਏ ਨੇ। ਜੀ। ਕੌਣ ਖਾਤੂਨ ਸੀ ਉਹ? ਉਲਫਤ। ਉਲਫਤ ਨਾਲ ਦੋਸਤੀ ਕਿਸ ਤਰੀਕੇ ਨਾਲ ਹੋਈ ਸੀ? ਕਿਹੜੇ ਸੋਸ਼ਲ ਮੀਡੀਆ ਤੋਂ ਹੋਈ ਸੀ? ਈਮੋ ਦੇ ਉੱਤੇ ਹੋਈ ਸੀ। ਅੱਛਾ। ਹਾਂਜੀ ਈਮੋ ਦੇ ਵਿੱਚ ਕੀ ਸੀ? ਮਤਲਬ ਵਾਈਸ ਕਲੱਬ ਹੀ ਗਏ ਸੀ ਉਹਨਾਂ ਦੇ ਉੱਤੇ, ਗਰੁੱਪ ਵਗੈਰਾ ਹੀ ਸੀ, ਗਰੁੱਪਾਂ ਦੇ ਵਿੱਚ ਬੈਠਦੇ ਸੀ। ਠੀਕ ਹੈ। ਉਹਨਾਂ ਵਿੱਚ ਹੋਰ ਵੀ ਔਰਤਾਂ ਸੀ? ਹਾਂਜੀ ਔਰਤਾਂ ਨਹੀਂ ਸੀ, ਮਤਲਬ ਮਰਦ ਬੈਠਦੇ ਸੀ ਇਹਨਾਂ ਦੇ ਨਾਲ। ਹਾਂਜੀ। ਅੱਛਾ, ਦੋਸਤੀ ਹੋਈ, ਫਿਰ ਉਸ ਤੋਂ ਬਾਅਦ ਕੀ ਹੋਇਆ? ਮਤਲਬ ਗੱਲਬਾਤ ਹੁੰਦੀ ਰਹੀ। ਫਿਰ ਇਹਨਾਂ ਨੇ ਮਤਲਬ ਕਿ ਮੈਨੂੰ ਪਰਸਨਲ ਚ ਲਿਆ, WhatsApp ਨੰਬਰ ਦਿੱਤਾ ਆਪਣਾ, ਮੇਰੇ ਨਾਲ ਗੱਲਬਾਤ ਕੀਤੀ। ਫਿਰ ਇਹਨਾਂ ਨੇ ਮੈਨੂੰ ਕਰਾਚੀ ਬੁਲਾਇਆ। ਅੱਛਾ। ਹਾਂਜੀ ਮੈਨੂੰ ਆਂਦੇ ਸਨ। ਕਿੰਨੀ ਦੇਰ ਬਾਅਦ ਕਰਾਚੀ ਬੁਲਾ ਲਿਆ ਸੀ? ਤਕਰੀਬਨ 1.5 ਮਹੀਨੇ ਬਾਅਦ ਇਹਨਾਂ ਨੇ। 1.5 ਮਹੀਨੇ ਬਾਅਦ ਕਰਾਚੀ ਪਹੁੰਚ ਗਿਆ ਸੀ। ਹਾਂਜੀ ਇਹਨਾਂ ਨੇ ਇਹਨੂੰ ਡਰ ਫੀਲ ਨਹੀਂ ਹੋਇਆ ਕਿ ਮੈਂ ਅਨਨੋਨ ਇਲਾਕੇ ਦੇ ਵਿੱਚ ਜਾ ਰਿਹਾ, ਮੈਂ ਜਾਣਦਾ ਨਹੀਂ ਉੱਥੇ ਕਿਸੇ ਨੂੰ, ਤੇ ਮੈਨੂੰ ਕੋਈ ਐਸਾ ਵਾਅਦਾ ਘਾਟਾ ਨਾ ਕਰ ਦੇ? ਮਤਲਬ ਇਹਨੇ ਉਸ ਟਾਈਮ ਨਾ ਬਹੁਤ ਜ਼ਿਆਦਾ ਇਤਬਾਰ ਵਗੈਰਾ ਦਿੱਤਾ ਹੋਇਆ ਸੀ, ਆਪਣੀਆਂ ਗੱਲਾਂ ਵਗੈਰਾ ਚਲਾ ਕੇ। ਤੂੰ ਗੱਲਾਂ ਚਲਾ ਲਿਆ ਸੀ? ਹਾਂਜੀ ਅੱਛਾ। ਮਤਲਬ ਕਿ ਜਿਸਮਾਨੀ ਤੌਰ ਤੇ ਬਹੁਤ ਕੁਝ ਤੁਹਾਨੂੰ ਪਤਾ ਸੋਸ਼ਲ ਮੀਡੀਆ ਤੇ ਕੀ ਹੁੰਦਾ। मतलब कि तेनू जिस्म दिखाया? ਹਾਂਜੀ ਜੀ। जिस्म ਦਾ ਇੱਕ ਅੰਗ तेनू दिखाया ਜੀ ਉਸ ਵਜ੍ਹਾ ਤੂੰ ਤੇ ਮੁਤਮਈਨ ਹੋ ਗਿਆ। ਜੀ ਅੱਛਾ। ਫਿਰ ਐਸੇ ਵਜ੍ਹਾ ਤੋਂ ਉਹਨੇ ਫਿਰ ਮੈਨੂੰ ਉੱਧਰ ਬੁਲਾਇਆ। ਮੈਂ ਉੱਧਰ ਮਿਲਣ ਗਿਆ ਇਹਨਾਂ ਨੂੰ। ਉੱਥੇ ਮਿਲਿਆ, ਕਰਾਚੀ ਗਿਆ, ਫਿਰ ਕੀ ਹੋਇਆ? ਉੱਥੇ ਜਾ ਕੇ ਮਿਲਿਆ ਮੈਨੂੰ। ਜਿਸਮਾਨੀ ਤਲਕ ਬਣਿਆ? ਜੀ ਬਣਿਆ ਸੀ, ਲੇਕਿਨ ਮਤਲਬ ਉੱਥੇ ਸਾਈਡ ਤੇ ਸਾਂ। ਕਿੱਥੇ ਸਾਈਡ ਤੇ ਸੀ? ਉੱਥੇ ਸੀ ਵੀ ਉਹਦੇ ਕੋਲ ਕਰਕੇ। ਉੱਥੇ ਜਾ ਕੇ ਕਿਸੇ ਹੋਟਲ 'ਚ ਰੁਕਿਆ ਹੈ ਜਾਂ ਇਹਨਾਂ ਦੇ ਘਰ? ਵਿੱਚ ਸੀ ਕਾਰ ਨਹੀਂ ਸੀ ਲੈ ਕੇ ਗਏ ਮੈਨੂੰ, ਸੀ ਵੀ ਉੱਥੇ। ਅੱਛਾ ਹਾਂਜੀ ਠੀਕ ਹੋ। ਉਸ ਤੋਂ ਬਾਅਦ ਫਿਰ? ਉਸ ਤੋਂ ਬਾਅਦ ਫਿਰ ਮੈਂ ਵਾਪਸ ਆ ਗਿਆ ਸਾਂ। ਅੱਛਾ। ਹਾਂਜੀ ਮੇਰੇ ਕੋਲ ਪੈਸੇ ਨਹੀਂ ਸੀ ਹੈ, ਮੈਂ ਫਿਰ ਘਰੋਂ 3000 ਰੁਪਇਆ ਮੰਗਾਇਆ। ਫਿਰ 2000 ਰੁਪਇਆ ਇਹਨਾਂ ਨੇ ਦਿੱਤਾ ਸੀ ਤੇ ਫਿਰ ਮੈਂ ਵਾਪਸ ਆਇਆ ਸਾਂ। ਅੱਛਾ। ਹਾਂਜੀ ਵਾਪਸ ਆ ਗਿਆ। ਫਿਰ ਉਸ ਤੋਂ ਬਾਅਦ ਫਿਰ ਇਹ ਮੈਨੂੰ ਮਿਲਣ ਆਏ ਸੀ ਇੱਥੇ ਲਾਹੌਰ 'ਚ। ਇਹ ਫਿਰ ਮੈਨੂੰ ਇੱਥੇ ਜਦੋਂ ਮਿਲਣ ਆਈ, ਫਿਰ ਇਹਨੇ ਮਤਲਬ ਕਿ ਕਿਹਾ ਕਿ ਮੈਨੂੰ ਨਾ ਮੇਰੀ ਦੋਸਤ ਬਹੁਤ ਜ਼ਿਆਦਾ ਤੰਗ ਕਰਦੀ ਹੈਗੀ। ਤੇ ਇੱਥੇ ਜਦੋਂ ਆਈ ਉਦੋਂ ਦੱਸਿਆ ਇਹਨੇ ਕਿ ਮੇਰੀ ਦੋਸਤ ਮੈਨੂੰ ਬਹੁਤ ਜ਼ਿਆਦਾ ਤੰਗ ਕਰਦੀ, ਮੈਨੂੰ ਡਿਸਟਰਬ ਕਰਦੀ ਕਿ। ਮੈਂ ਪੁੱਛਿਆ, ਮੈਂ ਕਿਹਾ ਕੋਈ ਮਸਲਾ ਹੈ ਤਾਂ ਦੱਸ ਕੀ ਗੱਲ ਹੈਗੀ ਹੈ। ਇਹਨਾਂ ਨੇ ਫਿਰ ਮੈਨੂੰ ਦੱਸਣਾ ਗਵਾਰਾ ਨਾ ਕੀਤਾ ਕਿ ਪਰਦਾ ਹੀ ਪਾ ਕੇ ਰੱਖਿਆ ਇਸ ਗੱਲ ਤੇ। ਮੈਨੂੰ ਨਾ ਦੱਸਿਆ ਕਿ ਪਿੱਛੋਂ ਇਹਨਾਂ ਦਾ ਕੀ ਰੀਜ਼ਨ ਹੈਗਾ। ਠੀਕ ਹੈ। ਫਿਰ ਮਤਲਬ ਕਿ ਇਹਨਾਂ ਨੇ ਮੇਰੀ ਫੈਮਿਲੀ ਦੇ ਨਾਲ ਇਸ ਔਰਤ ਨੇ ਅੱਛਾ ਤਸਵੀਰਾਂ ਵਗੈਰਾ ਬਣਾਈਆਂ। ਮੈਂ ਉਹਨਾਂ ਨੂੰ ਆਪਣੇ ਘਰ ਲੈ ਕੇ ਗਿਆ ਸੀ। ਫਿਰ ਉਹ ਤਸਵੀਰਾਂ ਆਪਣੇ ਘਰ ਤੋਂ ਕੀ ਦੱਸਿਆ ਸੀ? ਕਿ ਮਤਲਬ ਫਰੈਂਡ ਹੀ ਇਹਨਾਂ ਦੀ ਫੋਨ ਤੇ ਅੰਮੀ ਨਾਲ ਗੱਲ, ਸਾਦੇ ਜਿਹੇ ਲੋਕ ਹੀ ਗਏ ਨਾ, ਕਿਸੇ ਨਾਲ ਮਤਲਬ ਕਿ ਗੱਲਬਾਤ ਵਿੱਚ ਨਹੀਂ ਸੀ ਆਉਂਦੇ ਸੀਗੇ। ਇਹਨਾਂ ਨੇ ਉਹਨਾਂ ਨੂੰ ਮੁਤਮੀਨ ਕੀਤਾ, ਮੇਰੇ ਵਾਲੇ ਸਾਹਿਬ ਬੁੱਢੇ ਹੀ ਗਏ ਨੇ, ਉਹਨਾਂ ਨੂੰ ਮੁਤਮੀਨ ਵਗੈਰਾ ਕਰਕੇ ਘਰ ਚਾਹੀਏ, ਤਸਵੀਰਾਂ ਵਗੈਰਾ ਬਣਾ ਕੇ ਲੈ ਗਈ ਇੱਥੋਂ। ਉੱਥੋਂ ਫਿਰ ਇਹਨੇ ਮੈਨੂੰ ਕਿਹਾ, ਬਾਅਦ 'ਚ ਮੈਂ ਇਹਨੂੰ ਬਲੌਕ ਕਰ ਦਿੱਤਾ ਜਦੋਂ ਇਹਨੇ ਮੈਨੂੰ ਕਿਹਾ ਕਿ ਉਹ ਔਰਤ ਮਾਰਨੀ ਹੈਗੀ ਹੈ। ਅੱਛਾ। ਮੈਨੂੰ ਬਲੌਕ ਮਤਲਬ ਕਿ ਤਸਵੀਰਾਂ ਵਗੈਰਾ ਭੈਣਾਂ ਦੀ ਵੀ ਲੈ ਗਈ ਸੀ? ਹਾਂਜੀ ਬਿਲकुल ਇਹਦੇ ਫੋਨ 'ਚ ਪੂਰੀ ਫੈਮਿਲੀ ਦੀ ਤਸਵੀਰਾਂ ਲੈ ਗਈ ਤਾਂ ਕਿ ਤੈਨੂੰ ਬਲੈਕਮੇਲ ਕਰ ਸਕੇ? ਜੀ ਬਿਲकुल। ਅੱਛਾ। ਫਿਰ ਐਸੇ ਵਜ੍ਹਾ ਤੋਂ ਇਹ ਤਸਵੀਰਾਂ ਵਗੈਰਾ ਲੈ ਗਈ ਉੱਥੇ। ਫਿਰ ਮੈਨੂੰ ਬਲੌਕ ਕੀਤਾ। ਫਿਰ ਮੇਰੇ ਘਰਦਿਆਂ ਦੇ ਨੰਬਰ ਤੇ ਤੰਗ ਕਰਦੀ ਸੀ, ਮੇਰੇ ਵਾਲਦ ਸਾਹਿਬ ਦੇ ਨੰਬਰ ਤੇ ਫੋਨ ਕਰਨੇ। ਫਿਰ ਬਾਅਦ 'ਚ ਇਹਨੇ ਮੈਨੂੰ ਤਸਵੀਰਾਂ ਵਗੈਰਾ ਸੈਂਡ ਕੀਤੀਆਂ, ਗਰੁੱਪਾਂ ਦੇ ਵਿੱਚ ਸੁੱਟੀਆਂ। ਉਹ ਗਰੁੱਪਾਂ 'ਚ ਮੈਨੂੰ ਫੋਨ ਵਗੈਰਾ ਆਉਂਦੇ ਸੀ ਕਿ ਮਤਲਬ ਮੇਰੀ ਸਿਸਟਰ ਦੇ ਮਤਲਬ ਫੇਸ ਦੇ ਉੱਤੇ ਨੰਬਰ ਮੇਰੇ ਲਾਏ ਹੋਏ ਸੀ। ਉਹ ਰੋਜ਼ ਮੈਨੂੰ ਰੋਂਗ ਨੰਬਰਾਂ ਤੋਂ ਕਾਲਾਂ ਆਉਣੀਆਂ ਕਿ ਇਹ ਮਤਲਬ ਹੈ ਕਿੰਨੇ ਦੀ ਹੈ ਕਿੰਨੇ ਦੀ, ਇਸ ਤਰ੍ਹਾਂ ਕਰਕੇ ਬਹੁਤ ਜ਼ਿਆਦਾ ਮਤਲਬ ਇਹਨੇ ਪਰੇਸ਼ਾਨ ਕੀਤਾ। ਫਿਰ ਮੈਨੂੰ ਆਂਦੀ, ਮੈਂ ਕੀ ਚਾਹਨੀ ਹੈ ਤੂੰ? ਆਂਦੀ
ਇਹ ਮਰੇਗੀ ਇਸ ਤੋਂ ਬਾਅਦ ਮੈਂ ਤੇਰੀ ਜਾਨ ਛੱਡ ਦਿਆਂਗੀ। ਅੱਛਾ, ਹਾਂ ਮਤਲਬ ਕਹਿੰਦਾ ਮਿਸ਼ਨ ਇਹ ਸੀ ਕਿ ਉਹ ਲੜਕੀ ਨੂੰ ਰਾਸਤੇ ਤੋਂ ਹਟਾਣਾ ਸੀ। ਜੀ ਬਿਲकुल ऐसे वजह तो फिर मैं बहुत ज़्यादा मजबूर हो गया सैन ने फिर ਮਜਬੂਰ ਕਿਉਂ ਹੋ ਗਿਆ ਸੀ ਤੈਨੂੰ, ਕਿਉਂ ਮਜਬੂਰ ਕੀਤਾ? ਫੈਮਿਲੀ ਦਾ ਡਾਟਾ ਉਹਨਾਂ ਦੇ ਕੋਲ ਚਲਾ ਗਿਆ ਸੀ ਨਾ ਸਾਰਾ। ਤੂੰ ਐਫਆਈਆਰ ਦੇ ਵਿੱਚ ਵੀ ਜਾ ਸਕਦਾ ਸੀ, ਅਦਾਰੇ ਨੇ ਪਾਕਿਸਤਾਨ ਦੇ ਵਿੱਚ। ਮੈਨੂੰ ਇਹਨਾਂ ਦੇ ਕੋਲ ਮੈਂ ਬਿਲਕੁਲ ਆਪਣੇ 18-20 ਘੰਟਿਆਂ ਦੇ ਵਿੱਚ ਮੈਂ ਕੰਮ ਤੇ ਰਹਿਣਾ ਹੀਗਾ ਸਾ, ਮੈਨੂੰ ਉਸ ਔਰਤ ਨਾਲ ਕੋਈ ਨਹੀਂ ਸੀ ਹੈ ਸਾਰਾ 20 ਘੰਟਿਆਂ ਦੇ ਵਿੱਚ ਤੂੰ ਇਹ ਦੋਸਤੀ ਵੀ ਕੀਤੀ, ਤਲਕ ਵੀ ਬਣਾਇਆ, ਗੱਲ ਗੱਪਸ਼ਪ ਵੀ ਹੁੰਦੀ ਸੀ ਤੇਰੀ। ਜੀ ਗੱਲਬਾਤ ਮਤਲਬ ਕਿ ਕੰਮ ਇਸ ਤਰ੍ਹਾਂ ਦਾ ਸਲੋ ਵੀ ਹੋ ਜਾਂਦਾ ਸੀ ਕਦੇ ਜਿਸ ਤਰ੍ਹਾਂ, ਤੇ ਫਿਰ ਬ੍ਰੇਕ ਟਾਈਮ ਮੈਂ ਇਹਨਾਂ ਦੇ ਗਰੁੱਪ 'ਚ ਚਲਾ ਜਿੰਨਾ ਜਾਣਾ। ਟਾਈਮ ਤੂੰ ਇਸ ਔਰਤ ਨੂੰ ਦਿੰਦਾ ਸੀ ਉਹਨਾਂ ਟਾਈਮ ਤੂੰ ਕਿਸੇ ਅਦਾਰੇ ਵਿੱਚ ਜਾ ਕੇ ਐਫਆਈਆਰ ਕਰਵਾ ਦਿੰਦਾ, ਇਹਦੇ ਬਾਰੇ ਕੋਈ ਕੇਸ ਦਰਜ ਕਰ ਦਿੰਦਾ। ਮਤਲਬ ਇਹ ਮੈਨੂੰ ਦੱਸਦੀ ਸੀ ਕਿ ਮੇਰੇ ਸਾਰੇ ਪੁਲਿਸ ਵਾਲੇ ਹੀ ਗਏ ਨੇ, ਫਿਰ ਇਸ ਵਜ੍ਹਾ ਤੋਂ ਮੈਂ ਕਨਫਿਊਜ਼ ਹੀਗਾ ਸਾਂ। ਉਹਨੇ ਦੱਸਿਆ ਨਾ ਕਿ ਮੇਰੀ ਫੈਮਿਲੀ ਜਿਹੜਾ ਮੇਰਾ ਹਸਬੈਂਡ ਹੈ ਪੁਲਿਸ ਵਾਲਾ ਹੀ ਹੈ, ਮੇਰੇ ਬਹਿਨ ਹੋਈ ਨੇ ਜਿਹੜੇ ਅੱਛਾ, ਉਹ ਪੁਲਿਸ ਵਾਲੇ ਨੇ। ਇਹਨੇ ਮੈਨੂੰ ਉਹਨਾਂ ਗੱਲਾਂ ਦੇ ਵਿੱਚ ਨਾ ਲਾ ਕੇ ਫਸਾਇਆ ਹੋਇਆ ਸੀ। ਅੱਛਾ। ਇਹ ਹੁਣ ਕਹਿ ਰਹੀ ਸੀ ਕਿ ਮੈਂ ਇਹਨੂੰ ਨਹੀਂ ਸੀ ਮਿਲੀ ਹੈਗੀ ਹੈ। ਪਹਿਲੇ ਵੀ ਮੈਨੂੰ ਜਦੋਂ ਪਹਿਲੀ ਮੁਲਾਕਾਤ ਹੋਈ ਉਦੋਂ ਵੀ ਇਹਨੇ ਮੇਰੇ ਨਾਲ ਜਿਸਮਾਨੀ ਤਲੁਕਾਤ ਰੱਖੇ ਸੀ, ਜਿਸ ਵਜ੍ਹਾ ਤੋਂ ਇਹਨੇ ਮੈਨੂੰ ਮਤਲਬ ਪਰੇਸ਼ਾਨ ਵਗੈਰਾ ਕੀਤਾ। ਮੈਨੂੰ ਆਂਦੀ ਸੀ ਤੇਰੀ ਵੀਡੀਓ ਹੈਗੀ ਮੇਰੇ ਕੋਲ, ਮੈਂ ਜਿਸਮਾਨੀ ਤਲਕ ਜਦੋਂ ਤੁਸੀਂ ਹਮ ਜਿਸਮ ਹੋਏ ਸੀ ਉਦੋਂ ਉਹਨੇ ਕੋਈ ਵੀਡੀਓ ਸ਼ੂਟ ਬਣਾ ਲਈ ਸੀ? ਨਹੀਂ ਐਨ ਮਤਲਬ ਕਿ ਮੈਂ ਨਹੀਂ ਸੀ ਬਣਾਈ ਗਈ, ਇਹ ਤਾਂ ਮੈਨੂੰ ਨਹੀਂ ਪਤਾ ਹੈਗਾ ਕਿ ਇਹਨੇ ਬਣਾਈ ਹੈ। ਮੈਨੂੰ ਕਹਿੰਦੀ ਐਸੀ ਐਸੇ ਵਜ੍ਹਾ ਤੋਂ, ਜਿਸ ਵਜ੍ਹਾ ਤੋਂ ਇਹਨੇ ਮੈਨੂੰ ਸਾਰਾ ਕੰਮ ਐਸ ਮਜਬੂਰ ਅੱਛਾ, ਕੀਤਾ। ਕਹਿੰਦੀ ਗੰਦੀ ਵੀਡੀਓ ਹੈ ਨੇ ਆਪਣੇ ਕੋਲ? ਮਤਲਬ ਮੇਰੀ ਫੈਮਿਲੀ ਦੀਆਂ ਤਸਵੀਰਾਂ ਵਗੈਰਾ ਨੇ ਗਰੁੱਪਾਂ 'ਚ ਸੁੱਟੀਆਂ ਬਕਾਇਦਾ ਨੰਬਰ ਲਾ ਕੇ। ਅੱਛਾ ਹਾਂਜੀ। ਅੱਛਾ, ਉਸ ਤੋਂ ਬਾਅਦ ਲੜਕੀ ਨੂੰ ਕਿਵੇਂ ਰਾਸਤੇ 'ਚੋਂ ਹਟਾਇਆ, ਕੀ ਪਲਾਨ ਬਣਾਇਆ, ਕਿਵੇਂ ਇੱਥੇ ਪੰਜਾਬ 'ਚ ਲੈ ਕੇ ਆਏ? ਇਹਨਾਂ ਨੇ ਪਹਿਲੇ ਮੈਂ ਇਹਨੂੰ ਕਿਹਾ, ਮੈਂ ਕਿਹਾ ਤੇਰੀ ਫੈਮਿਲੀ ਸਟਰੋਂਗ ਹੈਗੀ ਹੈ ਤੂੰ ਉਧਰ ਕਰਾਚੀ 'ਚ ਕਰਵਾ ਲੈ। ਕਹਿੰਦੀ ਨਹੀਂ ਮੈਂ ਨਹੀਂ ਇੱਥੇ ਕਰਵਾਉਣਾ, ਤੇਰੇ ਕੋਲ ਹੀ ਕਰਵਾਉਣਾ ਹੈ। ਅੱਛਾ, ਫਿਰ ਇਹਨੇ ਮੈਨੂੰ ਬੜੇ ਇਤਬਾਰ ਦਿੱਤੇ ਕਿ ਜਿਸ ਤਰ੍ਹਾਂ ਤੂੰ ਕਹੇਂਗਾ ਮੈਂ ਉਸ ਤਰ੍ਹਾਂ ਕਰਾਂਗੀ, ਇਹਦੇ ਪਿੱਛੇ ਆਉਣ ਵਾਲਾ ਕੋਈ ਨਹੀਂ ਹੈ, ਕੁਝ ਵੀ ਨਹੀਂ ਹੋਏਗਾ ਤੈਨੂੰ, ਤੇਰੇ ਤੇ ਜੋ ਪਰਚਾ ਵਗੈਰਾ ਹੋਏਗਾ, ਜਿੰਨਾ ਕੁਝ ਹੋਏਗਾ ਸਾਰਾ ਕੁਝ, ਸਾਰੀ ਜ਼ਿੰਦਗੀ ਮੈਂ ਤੇਰੇ ਨਾਲ ਰਹਾਂਗੀ। ਇਹ ਸਾਂਝੇ ਵਗੈਰਾ ਦੇ ਕੇ ਐਸੇ ਚੱਕਰਾਂ ਦੇ ਵਿੱਚ ਇਹਨੇ ਉੱਥੋਂ ਲਿਆਂਦੀ। ਅੱਛਾ। ਹਾਂਜੀ। ਉਸ ਤੋਂ ਬਾਅਦ ਫਿਰ ਪੰਜਾਬ ਲੈ ਕੇ ਆਏ, ਦਾਤਾ ਸਾਹਿਬ ਰੁਕੇ, ਫਿਰ ਉਸ ਤੋਂ ਬਾਅਦ ਉੱਥੋਂ ਆਏ, ਉੱਧਰੋਂ ਹੋਟਲ ਦੇ ਵਿੱਚ ਰੁਕੀ, ਫਿਰ ਦਾਤਾ ਸਾਹਿਬ ਆਏ ਨੇ ਇੱਥੋਂ, ਫਿਰ ਆ ਕੇ ਇਹਨਾਂ ਨੇ ਮੈਨੂੰ ਫੋਨ ਕੀਤਾ ਕਿ ਅਸੀਂ ਆ ਗਏ ਹਾਂ। ਫਿਰ ਉੱਥੋਂ ਮਤਲਬ ਕਿ ਮੈਂ ਇਹਨਾਂ ਨੂੰ ਰਕਸ਼ਾ ਕਰਾ ਕੇ ਦਿੱਤਾ। ਇਹ ਇੱਧਰ ਆ ਗਏ ਨੇ ਤੇ ਬਾਹਰ ਬੰਨ, ਤੇ ਜਦੋਂ ਮੈਂ ਆਇਆ ਉੱਥੇ ਵੀ ਲੜਦੀ ਪਈ ਸੀ। ਅੱਛਾ, ਇਹ ਹੁਣ ਜਿਹੜੀ ਕਹਿ ਰਹੀ ਸੀ ਕਿ ਮੈਨੂੰ ਰਸਤੇ ਦਾ ਨਹੀਂ ਪਤਾ ਹੀਗਾ, ਜਾਂ ਮੈਨੂੰ ਉਸ ਤਰ੍ਹਾਂ ਇਹ ਸਭ ਤੋਂ ਅੱਗੇ ਹੀ ਗਈ ਸੀ ਉਦੋਂ। ਅਗਰ ਇਹਨੂੰ ਰਸਤੇ ਦਾ ਪਤਾ ਨਹੀਂ ਸੀ ਤੇ ਅੱਗੇ ਕੀ ਲੈਣ ਜਾ ਰਹੀ ਸੀ? ਤੁਸੀਂ ਉਸ ਜਗ੍ਹਾ ਤੇ ਲੈ ਗਏ, ਉਸ ਤੋਂ ਬਾਅਦ ਕੀ ਕੀਤਾ? ਮਤਲਬ ਉੱਥੇ ਗਏ, ਇਹਨੇ ਧੱਕਾ ਦਿੱਤਾ ਉਹਨੂੰ ਜਦੋਂ, ਉਸ ਲੜਕੀ ਨੂੰ? ਹਾਂਜੀ, ਜਦੋਂ ਧੱਕਾ ਦਿੱਤਾ ਉਹਦੇ ਗਲ ਦੇ ਵਿੱਚ ਆਪਣਾ ਦੁਪੱਟਾ ਵਗੈਰਾ ਪਾਇਆ। ਮੈਂ ਉਹਦਾ ਦੁਪੱਟਾ ਖਿੱਚਿਆ, ਜਦੋਂ ਖਿੱਚਿਆ ਮਤਲਬ ਕਿ ਉਹ ਬੇਹੋਸ਼ ਹੋ ਗਈ ਇੱਕਦਮ ਜਦੋਂ ਜ਼ੋਰ ਪਿਆ ਉਹਦੇ ਉੱਤੇ। ਉਹਦੀਆਂ ਸਾਹ ਹੋਸ਼ ਹੋਈ ਸੀ, ਇਹ ਖਤਮ ਨਹੀਂ ਸੀ ਹੋਈ? ਨਹੀਂ, ਫਿਰ ਮੈਂ ਮਤਲਬ ਉਹਦਾ ਸਾਹ ਚੱਲ ਰਹੀ ਸੀ, ਮੈਂ ਉਹਦਾ ਦੁਪੱਟਾ ਜਦੋਂ ਵੇਖਿਆ ਤੜਫੀ ਤੇ ਛੱਡਿਆ ਜਦੋਂ ਉਹਨੂੰ। ਫਿਰ ਬਾਅਦ ਚ ਮਤਲਬ ਕਿ ਇਹਨੂੰ ਮੈਂ ਕਿਹਾ ਖਤਮ ਹੋ ਗਈ ਹੈ, ਲੇਕਿਨ ਉਹਦੀ ਸਾਹ ਚੱਲ ਰਹੀ ਸੀ। ਦੁਪੱਟਾ ਕਿੰਨੇ ਫੜਿਆ ਸੀ? ਦੋਵਾਂ ਨੇ ਫੜਿਆ ਸੀ। ਇਹਦਾ ਦੁਪੱਟਾ ਉਹਦੇ ਗਲ ਦੇ ਵਿੱਚ ਹੀਗਾ ਸੀ। ਇਹਦਾ ਦੁਪੱਟਾ ਸੀ ਔਰਤ ਦਾ? ਹਾਂਜੀ, ਉਲਫਤ ਦਾ? ਹਾਂਜੀ, ਇਹਨੇ ਪਹਿਲੇ ਦੁਪੱਟਾ ਆਪਣਾ ਪਾਇਆ ਜਦੋਂ ਧੱਕਾ ਦਿੱਤਾ ਉਹਨੂੰ। ਅੱਛਾ। ਹਾਂ, ਫਿਰ ਇਹ ਉਦੋਂ ਮਤਲਬ ਕਿ ਉਸੇ ਵਜ੍ਹਾ ਤੋਂ ਦੁਪੱਟਾ ਇਹਨੂੰ ਜਦੋਂ ਖਿੱਚਿਆ, ਫਿਰ ਮਤਲਬ ਕਿ ਮੈਂ ਉੱਥੇ ਦੁਪੱਟਾ ਇਹਨੇ ਮੈਨੂੰ ਫੜਾਤਾ ਉਹ ਵਾਲਾ ਖਿੱਚ ਕੇ, ਤੋਂ ਦੁਪੱਟਾ ਮੈਂ ਫੜਿਆ ਹੋਇਆ ਸੀ ਨਾ। ਅੱਛਾ, ਤੂੰ ਵੀ ਖਿੱਚ ਕੇ ਰੱਖਿਆ? ਮਤਲਬ ਮੈਂ ਦੁਪੱਟਾ ਫੜ ਕੇ ਰੱਖਿਆ ਹੋਇਆ ਸੀ, ਉਹਦੀ ਸਾਹ ਚੱਲ ਰਹੀ ਸੀ, ਜਦੋਂ ਤੜਫੀ ਮੈਂ ਛੱਡ ਦਿੱਤੀ। ਫਿਰ ਬਾਅਦ ਚ ਇਹ ਪਿੱਛੋਂ ਪੱਥਰ ਲੈ ਕੇ ਆਈ, ਵੱਡਾ ਸਾਰਾ ਪੱਥਰ ਹੀਗਾ ਸੀ, ਉਹਦੇ ਮੂੰਹ ਤੇ ਮਾਰਿਆ। ਫਿਰ ਉਹ ਉਹਦੇ ਉੱਤੇ ਬਹਿ ਕੇ, ਜਿਸਮ ਦੇ ਉੱਤੇ ਬਹਿ ਕੇ ਨਾ ਉੱਤੇ ਮਾਰਦੀ ਰਹੀ। ਅੱਛਾ, ਹਾਂਜੀ। ਮਤਲਬ ਫੁੱਲ ਸ਼ਕਲ ਵਿਗਾੜ ਦਿੱਤੀ ਤਾਂ ਕਿ ਪਹਿਚਾਨੀ ਨਾ ਜਾਏ। ਜਾਣੀ ਨਾ ਜਾਏ। ਉਸ ਤੋਂ ਬਾਅਦ ਕਿੱਥੇ ਫਰਾਰ ਹੋ ਗਿਆ? ਉਸ ਤੋਂ ਬਾਅਦ ਫਰਾਰ ਨਹੀਂ, ਮਤਲਬ ਮੈਂ ਘਰ ਚਲਾ ਗਿਆ ਸਾਂ ਆਪਣੇ। ਇਹਨੂੰ ਨਾਲ ਲੈ ਗਿਆ? ਨਾਲ ਹੀ ਗਈ ਸੀ ਮੇਰੇ, ਬਿਲਕੁਲ ਦੋਵੇਂ ਨਾਲ। ਮਤਲਬ ਘਰ ਗਏ ਆ, ਉੱਥੇ ਘਰ ਕੱਪੜੇ ਬਦਲੇ ਨੇ, ਉੱਥੋਂ ਬਦਲ ਕੇ ਮਤਲਬ ਕਿ ਬਾਹਰ ਹੋਟਲ ਤੇ ਚਲੇ ਗਏ ਅਸੀਂ। अच्छा, होटल तो फिर की किया? होटल पे भी मिली उत्थे जाके। नाज़रीन देखें कि सोशल मीडिया के ऊपर दोस्ती हुई और दोस्ती के बाद क्या क्या कुछ हुआ और आज ये पुलिस स्टेशन के अंदर हथकड़ियों के अंदर बांधा हुआ है। देख ले, ये उन नौजवानों के लिए जो सोशल मीडिया के ऊपर लड़कियों को मैसेज धड़ाधड़ हैं, ये उनके लिए सबक है, कुछ सीख ले। ये सीखने के लिए आपके सामने वीडियो रखते हैं, ना कि हम कुछ बैड फेस लेके आए आपके सामने कि जी ये लोग ऐसे कर गए। ये आप लोगों के लिए है, आप लोग सीखें। बाकी इसी के साथ मुझे इजाज़त दें। अल्लाह हाफिज़।